ਪੰਜਵੀਂ ਜਮਾਤ ਦੇ ਪਿਆਰੇ ਬੱਚਿਓ, ਅੱਜ ਦੀ ਜਮਾਤ ਦੇ ਵਿੱਚ ਮੈਂ ਤੁਹਾਡੀ ਪੰਜਾਬੀ ਵਿਸ਼ੇ ਦੀ ਅਧਿਆਪਕਾ ਹਰਪ੍ਰੀਤ ਕੌਰ ਤੁਹਾਡਾ ਨਿੱਘਾ ਸਵਾਗਤ ਕਰਦੀ ਹਾਂ। ਤੇ ਬੱਚਿਓ, ਮੈਂ ਆਪਣੇ ਵਿਚਾਰ ਸਾਂਝੇ ਕਰਨ ਜਾ ਰਹੀ ਹਾਂ। ਅੱਜ ਇੱਕ ਨਵਾਂ ਵਿਸ਼ਾ ਲੈ ਕੇ ਆਈ ਹਾਂ। ਸੋ ਆਪਣਾ ਬੱਚਿਓ, ਅੱਜ ਦਾ ਵਿਸ਼ਾ ਹੈ ਵਿਆਕਰਣ। ਬੱਚਿਓ, ਸਭ ਤੋਂ ਪਹਿਲਾਂ ਬੋਲੀ ਪੈਦਾ ਹੋਈ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਬੋਲੀ ਦੇ ਬਾਰੇ ਵੀ ਬਹੁਤ ਵਿਸਥਾਰ ਦੇ ਵਿੱਚ ਦੱਸਿਆ ਹੈ। ਬੱਚਿਓ, ਜਦੋਂ ਮਨੁੱਖ ਧਰਤੀ ਤੇ ਆਇਆ ਤਾਂ ਉਹ ਅੱਜ ਵਾਂਗ ਬੋਲਦਾ ਚੱਲਦਾ ਨਹੀਂ ਸੀ। ਇਹ ਤਾਂ ਉਸਦੇ ਸੂਝਵਾਨ ਦਿਮਾਗ ਸਦਕਾ ਹੀ ਬੋਲੀ ਦਾ ਅੱਜ ਵਾਲਾ ਰੂਪ ਪ੍ਰਚਲਿਤ ਹੋਇਆ ਹੈ। ਵਿਆਕਰਣ ਵੀ ਉਸਦੇ ਸੂਝ-ਬੂਝ ਦਿਮਾਗ ਦੀ ਹੀ ਕਾਢ ਹੈ। ਬੱਚਿਓ, ਵਿਆਕਰਣ ਨੇ ਹੀ ਭਾਸ਼ਾ ਨੂੰ ਸ਼ੁੱਧ ਰੂਪ ਪ੍ਰਦਾਨ ਕੀਤਾ ਹੈ। ਬੱਚਿਓ, ਕਿਸੇ ਬੋਲੀ ਨੂੰ ਸ਼ੁੱਧ ਤੇ ਸਪਸ਼ਟ ਰੂਪ ਦੇ ਵਿੱਚ ਪੜ੍ਹਨ ਲਿਖਣ ਦੇ ਲਈ ਭਾਸ਼ਾ ਵਿਗਿਆਨੀ ਕੁਝ ਨਿਯਮ ਬਣਾਉਂਦੇ ਹਨ। ਸੋ ਇਹਨਾਂ ਨਿਯਮਾਂ ਦੇ ਇਕੱਠ ਨੂੰ ਹੀ ਵਿਆਕਰਣ ਕਹਿੰਦੇ ਹਾਂ। ਬੱਚਿਓ, ਇਹ ਵਿਆਕਰਣ ਦੇ ਨਿਯਮ ਹਨ ਜੋ ਇਹ ਬੋਲੀ ਦੀ ਹੋਂਦ ਤੋਂ ਬਾਅਦ ਹੀ ਬਣਾਏ ਜਾ ਸਕਦੇ ਹਨ। ਕੋਈ ਬੋਲੀ ਹੋਏਗੀ, ਉਸ ਤੋਂ ਬਾਅਦ ਹੀ ਬਣਾਏ ਜਾ ਸਕਦੇ ਹਨ। ਅਸਲ ਵਿੱਚ ਵਿਆਕਰਣ ਦੇ ਨੇਮ ਭਾਸ਼ਾ ਵਿੱਚੋਂ ਹੀ ਲੱਭਦੇ ਹਨ। ਨੇਮ ਮਤਲਬ ਨਿਯਮ। ਕੋਈ ਵੀ ਨਿਯਮ ਹਨ ਕਿਸੇ ਵੀ ਭਾਸ਼ਾ ਦੇ, ਅਗਰ ਭਾਸ਼ਾ ਹੋਏਗੀ ਤਾਂ ਹੀ ਉਹਦੇ ਵਿੱਚੋਂ ਉਸਦੇ ਨਿਯਮ ਲੱਭੇ ਜਾ ਸਕਦੇ ਹਨ। ਬੱਚਿਓ, ਕੋਈ ਵੀ ਭਾਸ਼ਾ ਹੈ ਇੱਕ ਵਗਦੇ ਦਰਿਆ ਵਾਂਗ ਹੁੰਦੀ ਹੈ। ਮੀਨਜ਼ ਉਸਦਾ ਹੌਲੀ-ਹੌਲੀ ਵਿਕਾਸ ਹੁੰਦਾ ਰਹਿੰਦਾ ਹੈ। ਬਾਕੀ ਸੱਭਿਆਚਾਰ ਤੇ ਬੋਲੀਆਂ ਦੇ ਪ੍ਰਭਾਵ ਕਰਕੇ ਇਸ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ ਤੇ ਇਹਨਾਂ ਤਬਦੀਲੀਆਂ ਦੇ ਅਨੁਸਾਰ ਵਿਆਕਰਣ ਦੇ ਨਿਯਮ ਵੀ ਬਦਲਣੇ ਪੈਂਦੇ ਹਨ। ਬੱਚਿਓ, ਜਿਵੇਂ ਅੰਗਰੇਜ਼ੀ ਭਾਸ਼ਾ ਦੇ ਸੰਪਰਕ ਦੇ ਨਾਲ ਪੰਜਾਬੀ ਭਾਸ਼ਾ ਦੇ ਵਿੱਚ ਵੀ ਕੁਝ ਸ਼ਬਦ ਪ੍ਰਚਲਿਤ ਹੋ ਗਏ ਹਨ ਤੇ ਉਹਨਾਂ ਨੂੰ ਲਿਖਣ ਲਈ ਦੁਲਾਵਾਂ ਦੇ ਨਾਲ ਅੱਧਕ ਦੀ ਵਰਤੋਂ ਕੀਤੀ ਜਾਣ ਲੱਗ ਪਈ, ਜੋ ਕਿ ਪਹਿਲਾਂ ਇਹ ਰਿਵਾਜ ਨਹੀਂ ਸੀ। ਜਿਵੇਂ ਕਿ ਪੈਨ, ਨੈਟ, ਸੈੱਟ। ਸੋ ਬੱਚਿਓ, ਵਿਆਕਰਣ ਦੀ ਪਰਿਭਾਸ਼ਾ। ਕੀ ਪਰਿਭਾਸ਼ਾ ਹੈ ਵਿਆਕਰਣ ਦੀ? ਵਿਆਕਰਣ ਕੁਝ ਨਿਯਮਾਂ ਦਾ ਸਮੂਹ ਹੁੰਦਾ ਹੈ ਜੋ ਕਿਸੇ ਭਾਸ਼ਾ ਨੂੰ ਸ਼ੁੱਧ ਅਤੇ ਮਿਆਰੀ ਰੂਪ ਪ੍ਰਦਾਨ ਕਰਦੇ ਹਨ। ਹਰੇਕ ਭਾਸ਼ਾ ਦਾ ਆਪਣਾ ਵੱਖਰਾ ਵਿਆਕਰਣ ਹੈ। ਪੰਜਾਬੀ ਭਾਸ਼ਾ ਦਾ ਵੀ ਆਪਣਾ ਵੱਖਰਾ ਵਿਆਕਰਣ ਹੈ। ਬੱਚਿਓ, ਕੀ ਤੁਹਾਨੂੰ ਪਤਾ ਹੈ ਕਿ ਵਿਆਕਰਣ ਦਾ ਕੀ ਮਹੱਤਵ ਹੈ? ਭਾਸ਼ਾ ਦੇ ਮਿਆਰੀ ਜਾਂ ਸਾਹਿਤਕ ਰੂਪ ਨੂੰ ਸਮਝਣ ਤੇ ਗ੍ਰਹਿਣ ਕਰਨ ਲਈ ਵਿਆਕਰਣ ਦੀ ਪੜ੍ਹਾਈ ਕਰਨੀ ਜ਼ਰੂਰੀ ਹੈ। ਬੱਚਿਓ, ਭਾਸ਼ਾ ਦੇ ਨਾਲ ਅਸੀਂ ਆਪਣੇ ਭਾਵਾਂ ਦਾ, ਆਪਣੇ ਵਿਚਾਰਾਂ ਦਾ ਸੰਚਾਰ ਕਰਦੇ ਹਾਂ। ਵਿਆਕਰਣ ਦੀ ਪੜ੍ਹਾਈ ਸਦਕਾ ਵਿਅਕਤੀ ਇਸ ਸਾਧਨ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਵਰਤਣ ਦੇ ਯੋਗ ਹੋ ਜਾਂਦਾ ਹੈ ਤੇ ਮਨੁੱਖ ਦਾ ਜਾਂ ਬੱਚੇ ਦਾ ਆਤਮ ਵਿਸ਼ਵਾਸ ਵੀ ਵੱਧਦਾ ਹੈ। ਭਾਵ ਇਹ ਕਿ ਕਿਸੇ ਭਾਸ਼ਾ ਦੇ ਵਿਆਕਰਣ ਦੀ ਜਾਣਕਾਰੀ ਵਿਅਕਤੀ ਨੂੰ ਉਸ ਭਾਸ਼ਾ ਦੀ ਸੁਚੱਜੀ ਤੇ ਸਫਲ ਵਰਤੋਂ ਕਰਨ ਦੀ ਜਾਂਚ ਸਿਖਾਉਂਦੀ ਹੈ। ਸੋ ਮੇਰੇ ਪਿਆਰੇ ਬੱਚਿਓ, ਵਿਆਕਰਣ ਦੇ ਮੁੱਖ 4 ਅੰਗ ਹਨ। ਪਹਿਲਾ, ਅੱਖਰ ਬੋਧ ਜਾਂ ਵਰਨ ਬੋਧ। ਦੂਸਰਾ, ਸ਼ਬਦ ਬੋਧ। ਤੀਸਰਾ, ਵਾਕ ਬੋਧ। ਚੌਥਾ, ਅਰਥ ਬੋਧ। ਸੋ ਬੱਚਿਓ, ਆਓ ਆਪਾਂ ਸਭ ਤੋਂ ਪਹਿਲਾਂ ਅੱਖਰ ਬੋਧ ਜਾਂ ਵਰਨ ਬੋਧ ਬਾਰੇ ਜਾਣਦੇ ਹਾਂ। ਬੱਚਿਓ, ਅੱਖਰ ਜੋ ਹੈ ਕਿਸੇ ਵੀ ਭਾਸ਼ਾ ਦੀਆਂ ਧੁਨੀਆਂ ਜਾਂ ਆਵਾਜ਼ਾਂ ਨੂੰ ਲਿਖਤੀ ਰੂਪ ਦੇ ਵਿੱਚ ਦੇਣ ਲਈ ਕੁਝ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਚਿੰਨ੍ਹਾਂ ਨੂੰ ਹੀ ਅੱਖਰ ਜਾਂ ਵਰਨ ਆਖਦੇ ਹਨ। ਸੋ ਬੱਚਿਓ, ਅੱਖਰ ਬੋਧ ਜਾਂ ਵਰਨ ਬੋਧ ਉਹ ਵਿਆਕਰਣ ਦਾ ਉਹ ਅੰਗ ਹੈ ਜਿਸ ਤੋਂ ਅੱਖਰਾਂ ਜਾਂ ਵਰਨਾਂ, ਲਗਾ ਮਾਤਰਾਵਾਂ, ਲਗਾਖਰਾਂ ਅਤੇ ਸ਼ਬਦ ਜੋੜਾਂ ਦੇ ਨਿਯਮਾਂ ਬਾਰੇ ਪਤਾ ਲੱਗਦਾ ਹੈ। ਸੋ ਬੱਚਿਓ, ਕੀ ਤੁਹਾਨੂੰ ਪਤਾ ਹੈ ਕਿ ਪੰਜਾਬੀ ਦੇ ਵਿੱਚ ਕਿੰਨੀਆਂ ਲਗਾ ਮਾਤਰਾਵਾਂ ਹਨ? ਬੱਚਿਓ, ਪੰਜਾਬੀ ਦੇ ਵਿੱਚ ਕੁੱਲ 10 ਲਗਾ ਮਾਤਰਾਵਾਂ ਹਨ। ਜਿਵੇਂ ਪਹਿਲਾ ਮੁਕਤਾ, ਦੂਸਰਾ ਕੰਨਾ, ਤੀਸਰੀ ਸਿਹਾਰੀ, ਚੌਥੀ
ਬਿਹਾਰੀ, ਪੰਜਵੀਂ ਔਂਕੜ, ਛੇਵੀਂ ਦੁਲੈਂਕੜ, ਸੱਤਵੀਂ ਲਾਂ, ਅੱਠਵੀਂ ਦੁਲਾਵਾਂ, ਨੌਵੀਂ ਹੋੜਾ ਤੇ 10ਵੀਂ ਘਨੌੜਾ। ਸੋ ਬੱਚਿਓ ਇਹ ਤਾਂ ਸੀ ਲਗਾਂ ਜਾਂ ਮਾਤਰਾਵਾਂ। ਬੱਚਿਓ ਪੰਜਾਬੀ ਭਾਸ਼ਾ ਦੇ ਵਿੱਚ ਲਗਾਖਰ ਵੀ ਹੁੰਦੇ ਹਨ ਤੇ ਕਿੰਨੇ ਲਗਾਖਰ ਹਨ? ਕੁੱਲ 3 ਲਗਾਖਰ ਹਨ। ਬੱਚਿਓ ਲਗਾਖਰ ਜਿਹੜੇ ਹਨ, ਪਹਿਲਾ ਬਿੰਦੀ, ਦੂਸਰਾ ਟਿੱਪੀ, ਤੀਸਰਾ ਅੱਧਕ। ਸੋ ਬੱਚਿਓ ਆਓ ਹੁਣ ਆਪਾਂ ਵਿਆਕਰਨ ਦੇ ਦੂਸਰੇ ਅੰਗ ਸ਼ਬਦ ਬੋਧ ਬਾਰੇ ਜਾਣਦੇ ਹਾਂ। ਬੱਚਿਓ ਸ਼ਬਦ ਬੋਧ ਵਿਆਕਰਨ ਦੀ ਉਹ ਇਕਾਈ ਹੈ ਜਿਸ ਤੋਂ ਸ਼ਬਦਾਂ ਦੀ ਬਣਤਰ, ਸ਼ਬਦਾਂ ਦੀ ਰਚਨਾ, ਸ਼ਬਦ ਵੰਡ ਤੇ ਸ਼ਬਦ ਰੂਪਾਂਤਰਨ, ਇਹਨਾਂ ਸਾਰਿਆਂ ਦੇ ਨਿਯਮਾਂ ਦਾ ਗਿਆਨ ਹੁੰਦਾ ਹੈ। ਬੱਚਿਓ ਸ਼ਬਦ ਬੋਧ ਦੇ ਵਿੱਚ ਸ਼ਬਦ ਜੋ ਹੈ ਅੱਖਰਾਂ, ਲਗਾਂ, ਲਗਾਖਰਾਂ ਦੇ ਮੇਲ ਦੇ ਨਾਲ ਬਣਦਾ ਹੈ। ਕਿਸੇ ਵੀ ਸ਼ਬਦ ਦੇ ਬੱਚਿਓ ਅਰਥ ਹੋਣੇ ਬਹੁਤ ਹੀ ਜ਼ਰੂਰੀ ਹਨ। ਬਿਨਾਂ ਅਰਥ ਤੋਂ ਕੋਈ ਸ਼ਬਦ ਨਹੀਂ ਅਖਵਾਉਂਦਾ। ਸੋ ਬੱਚਿਓ ਤੁਹਾਨੂੰ ਪਤਾ ਹੈ ਕਿ ਸ਼ਬਦ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਸ਼ਬਦ 2 ਪ੍ਰਕਾਰ ਦੇ ਹੁੰਦੇ ਹਨ। ਪਹਿਲਾ ਹੈ ਸਾਰਥਕ ਤੇ ਦੂਸਰਾ ਨਿਰਾਰਥਕ। ਬੱਚਿਓ ਸਾਰਥਕ ਸ਼ਬਦ ਉਹ ਸ਼ਬਦ ਹੁੰਦੇ ਹਨ ਜਿਨ੍ਹਾਂ ਸ਼ਬਦਾਂ ਦਾ ਕੋਈ ਅਰਥ ਹੁੰਦਾ ਹੈ, ਉਹਨਾਂ ਨੂੰ ਅਸੀਂ ਸਾਰਥਕ ਸ਼ਬਦ ਆਖਦੇ ਹਾਂ। ਬੱਚਿਓ ਜਿਵੇਂ ਰੋਟੀ, ਪਾਣੀ, ਸਕੂਲ, ਗੱਡੀ, ਬੱਸ ਆਦਿ। ਤੇ ਦੂਸਰੀ ਤਰ੍ਹਾਂ ਦੇ ਸ਼ਬਦ ਹਨ ਜੋ ਉਹ ਹਨ ਨਿਰਾਰਥਕ ਸ਼ਬਦ। ਬੱਚਿਓ ਜਿਨ੍ਹਾਂ ਸ਼ਬਦਾਂ ਦਾ ਕੋਈ ਅਰਥ ਨਾ ਹੋਵੇ ਉਹਨਾਂ ਨੂੰ ਅਸੀਂ ਨਿਰਾਰਥਕ ਸ਼ਬਦ ਕਹਿੰਦੇ ਹਾਂ। ਜਿਵੇਂ ਰੋਟੀ ਰਾਟੀ, ਪਾਣੀ ਧਾਣੀ, ਸਕੂਲ ਸਕਾਲ, ਬੱਸ ਬੁੱਸ। ਬੱਚਿਓ ਇਹਨਾਂ ਦੇ ਵਿੱਚੋਂ ਰਾਟੀ, ਧਾਣੀ, ਸਕਾਲ, ਬੁੱਸ ਇਹ ਜਿਹੜੇ ਸ਼ਬਦ ਨੇ ਨਿਰਾਰਥਕ ਸ਼ਬਦ ਨੇ। ਇਹਨਾਂ ਦਾ ਕੋਈ ਅਰਥ ਨਹੀਂ ਹੁੰਦਾ, ਪਰੰਤੂ ਇਹਨਾਂ ਦੀ ਵਰਤੋਂ ਸਾਰਥਕ ਸ਼ਬਦਾਂ ਦੇ ਨਾਲ ਕੀਤੀ ਜਾਂਦੀ ਹੈ ਔਰ ਇਹ ਸਾਡੀ ਬੋਲਚਾਲ ਦੀ ਬੋਲੀ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ। ਸੋ ਬੱਚਿਓ ਆਪਣੇ ਵਿਆਕਰਨ ਦਾ ਅਗਲਾ ਅੰਗ ਹੈ ਵਾਕ ਬੋਧ। ਬੱਚਿਓ ਵਾਕ ਜੋ ਕਿ ਬਹੁਤ ਹੀ ਮਹੱਤਵਪੂਰਨ ਚੀਜ਼ ਹੈ, ਮਹੱਤਵਪੂਰਨ ਇਕਾਈ ਹੈ। ਇਸ ਤੋਂ ਵਾਕਾਂ ਦੀ ਰਚਨਾ, ਵਾਕ ਵੰਡ, ਵਾਕ ਵਟਾਂਦਰਾ ਜਾਂ ਵਿਸਰਾਮ ਚਿੰਨ੍ਹਾਂ ਬਾਰੇ ਪਤਾ ਲੱਗਦਾ ਹੈ। ਬੱਚਿਓ ਵਾਕ ਵੰਡ ਕੀ ਹੁੰਦੀ ਹੈ ਕਿ ਜਿਹੜਾ ਆਪਣੇ ਕੋਲ ਵਾਕ ਹੈ ਉਹ ਕਿਹੜੀ ਕਿਸਮ ਦਾ ਹੈ? ਕੀ ਉਹ ਪ੍ਰਸ਼ਨਵਾਚਕ ਹੈ ਜਾਂ ਸਰਲ ਵਾਕ ਹੈ ਜਾਂ ਮਿਸ਼ਰਤ ਵਾਕ ਹੈ? ਮੀਨਜ਼ ਵਾਕ ਬੋਧ ਸਾਨੂੰ ਵਾਕਾਂ ਦੀ ਕਿਸਮ ਦੇ ਬਾਰੇ ਪਤਾ ਲੱਗਦਾ ਹੈ ਜਾਂ ਵਿਸ਼ਰਾਮ ਚਿੰਨ੍ਹਾਂ ਬਾਰੇ ਪਤਾ ਲੱਗਦਾ ਹੈ। ਸੋ ਬੱਚਿਓ ਵਿਆਕਰਨ ਦੀ ਅਗਲੀ ਕਿਸਮ ਹੈ ਅਰਥ ਬੋਧ। ਅਰਥ ਬੋਧ ਰਾਹੀਂ ਬੱਚਿਓ ਵਿਰੋਧੀ ਸ਼ਬਦਾਂ, ਸਮਾਨਾਰਥਕ ਸ਼ਬਦਾਂ, ਬਹੁਆਰਥਕ ਸ਼ਬਦਾਂ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ, ਬੱਚਿਓ ਇਹਨਾਂ ਸਾਰਿਆਂ ਬਾਰੇ ਗਿਆਨ ਹੁੰਦਾ ਹੈ। ਬੱਚਿਓ ਵਿਰੋਧੀ ਸ਼ਬਦ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਓਪੋਜ਼ਿਟ ਵਰਡ ਜਿਹਨੂੰ ਕਹਿੰਦੇ ਹਾਂ ਅਸੀਂ, ਜਿਵੇਂ ਦਿਨ ਰਾਤ, ਚੰਗਾ ਬੁਰਾ। ਤੇ ਬੱਚਿਓ ਸਮਾਨਾਰਥਕ ਸ਼ਬਦ ਕਿਹਨੂੰ ਕਹਿੰਦੇ ਹਨ? ਸਮਾਨਾਰਥਕ ਸ਼ਬਦ ਉਹ ਹਨ ਜਿਨ੍ਹਾਂ ਦਾ ਸੇਮ ਮੀਨਿੰਗ ਹੁੰਦਾ ਹੈ। ਤੇ ਬਹੁਆਰਥਕ ਸ਼ਬਦ ਬੱਚਿਓ ਇੱਕ ਸ਼ਬਦ ਦਿੱਤਾ ਹੁੰਦਾ ਹੈ ਔਰ ਉਸਦੇ ਕਈ ਮੀਨਿੰਗ ਹੁੰਦੇ ਹਨ, ਅਲੱਗ-ਅਲੱਗ ਮੀਨਿੰਗ ਨਿਕਲਦੇ ਹਨ। ਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ, ਇੱਕ ਪੂਰਾ ਵਾਕ ਦਿੱਤਾ ਹੁੰਦਾ ਹੈ, ਉਹਦੇ ਲਈ ਅਸੀਂ ਇੱਕ ਸ਼ਬਦ ਲਿਖਣਾ ਹੁੰਦਾ ਹੈ। ਜਿਵੇਂ ਕਿ ਰੱਬ ਨੂੰ ਮੰਨਣ ਵਾਲਾ। ਤੇ ਬੱਚਿਓ ਤੁਹਾਨੂੰ ਪਤਾ ਹੈ ਕਿ ਰੱਬ ਨੂੰ ਮੰਨਣ ਵਾਲੇ ਨੂੰ ਅਸੀਂ ਕੀ ਕਵਾਂਗੇ? ਆਸਤਕ। ਸੋ
ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਰਥ-ਬੋਧ ਦੇ ਵਿੱਚ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ। ਸੋ ਬੱਚਿਓ, ਉਮੀਦ ਹੈ ਕਿ ਤੁਹਾਨੂੰ ਇਹ ਅੱਜ ਦਾ ਟੌਪਿਕ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਧੰਨਵਾਦ।